ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਕੈਨੇਡਾ ਦੇ ਵਿੱਚ ਪਹਿਲੀ ਵਾਰ ਨੈਸ਼ਨਲ ਡੇ ਆਫ ਟਰੁਥ ਐਂਡ ਰੀਕਨਸੀਲੀਏਸ਼ਨ ਕੀਤਾ ਜਾ ਰਿਹਾ ਹੈ। ਆਬਜ਼ਰਵ ਟਰੂਡੋ ਨੇ ਪਾਰਲੀਮੈਂਟ ਹਿੱਲ ਦੇ ਵਿੱਚ ਕੀਤਾ ਸੀ ਨੈਸ਼ਨਲ ਡੇ ਲਈ ਸੰਬੋਧਨ। ਪ੍ਰੋਫਿਟ ਦੇ ਲਈ ਸੰਤਰੀ ਰੰਗ ਦੀ ਸ਼ਰਟ ਵੇਚਣ ਵਾਲਿਆਂ ਨੂੰ ਚੇਤਾਵਨੀ, ਕੈਨੇਡੀਅਨ ਸੰਤਰੀ ਰੰਗ ਦੇ ਕੱਪੜੇ ਖਰੀਦਣ ਵੇਲੇ ਰਹਿਣ ਸਤਰਕ। ਫਲਾਈਟ ਅਟੈਂਡੈਂਟਾਂ ਦੇ ਨਾਲ ਯਾਤਰੀਆਂ ਦੇ ਦੁਰਵਿਵਹਾਰ ਦੀਆਂ ਸ਼ਿਕਾਇਤਾਂ, ਫਲਾਈਟ ਅਟੈਂਡੈਂਟਸ ਦੀ ਮਾਨਸਿਕ ਸਿਹਤ ਲਈ ਵਧ ਰਹੀਆਂ ਨੇ ਚਿੰਤਾਵਾਂ। ਖਬਰਾਂ ਵਿਸਥਾਰ ਦੇ ਨਾਲ। 30 ਸਤੰਬਰ ਨੂੰ ਪਹਿਲੀ ਵਾਰੀ ਸਾਰੇ ਫੈਡਰਲ ਕਰਮਚਾਰੀਆਂ ਤੇ ਫੈਡਰਲ ਸਰਕਾਰ ਦੇ ਵੱਲੋਂ ਨਿਰੰਤਰਿਤ ਕੀਤੀਆਂ ਜਾਣ ਵਾਲੀਆਂ ਕੰਮ ਵਾਲੀਆਂ ਥਾਵਾਂ ਤੇ ਮੁਲਾਜ਼ਮਾਂ ਦੇ ਲਈ ਛੁੱਟੀ ਐਲਾਨੀ ਗਈ ਹੈ। ਇਸ ਦੇ ਨਿਰਦੇਸ਼ ਭਰ ਦੇ ਵਿੱਚ ਫਸਟ ਨੇਸ਼ਨਸ ਦੇ ਵੱਲੋਂ ਕਈ ਤਰ੍ਹਾਂ ਦੇ ਇਵੈਂਟਸ ਵੀ ਉਲੀਕੇ ਗਏ ਨੇ। ਫਸਟ ਨੇਸ਼ਨਸ ਚਾਈਲਡ ਐਂਡ ਫੈਮਿਲੀ ਕੇਅਰਿੰਗ ਸੁਸਾਇਟੀ ਦੀ ਡਾਇਰੈਕਟਰ ਸਿੰਡੀ ਬੈਕਸਟਾਕ ਨੇ ਆਖਿਆ ਹੈ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਸਰਵਾਈਵਰਸ ਦੇ ਮਰੇ ਹੋਏ ਬੱਚੇ, ਉਹਨਾਂ ਦੇ ਪਰਿਵਾਰਾਂ ਤੇ ਕਮਿਊਨਿਟੀਜ਼ ਨੂੰ ਸਨਮਾਨਿਤ ਕਰਨ ਦੇ ਲਈ ਮਨਾਏ ਜਾ ਰਹੇ ਪਹਿਲੇ ਫੈਡਰਲ ਡੇ ਦਰਮਿਆਨ ਸਭ ਦਾ ਸੁਰ ਅਫਸੋਸ ਵਾਲਾ ਹੋਣਾ ਚਾਹੀਦਾ ਹੈ। ਇਸ ਬਾਰੇ ਪਹੁੰਚ ਤੇ ਸੋਚ ਰਿਮੈਂਬਰੈਂਸ ਡੇ ਵਾਲੀ ਹੋਣੀ ਚਾਹੀਦੀ ਹੈ। ਇਹ ਧਿਆਨ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਸੈਕਿੰਡ ਵਰਲਡ ਵਾਰ ਦੇ ਵਿੱਚ ਸੈਨਿਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਉਨੀ ਨਹੀਂ ਸੀ ਜਿੰਨੀ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਬੱਚਿਆਂ ਦੇ ਮਾਰੇ ਜਾਣ ਦੀ ਸੰਭਾਵਨਾ ਸੀ। 2015 ਦੇ ਵਿੱਚ ਪੇਸ਼ ਕੀਤੀ ਗਈ ਟਰੁਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਯਾਨੀ TRC ਦੀ ਰਿਪੋਰਟ ਦੇ ਵਿੱਚ ਬਿਨਾਂ ਨਿਸ਼ਾਨਦੇਹੀ ਵਾਲੀਆਂ ਕਬਰਾਂ ਦੀਆਂ ਸਾਈਟਸ ਦਾ ਜ਼ਿਕਰ ਕੀਤਾ ਗਿਆ ਸੀ, ਪਰ ਫੈਡਰਲ ਸਰਕਾਰ ਵੱਲੋਂ ਪਿੱਛੇ ਜਿਹੇ ਇਸ ਸਬੰਧ ਦੇ ਵਿੱਚ ਪੂਰਾ ਦਿਨ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ। ਕਮਿਸ਼ਨ ਦੇ ਅਜਿਹਾ ਦਿਨ ਨਿਰਧਾਰਿਤ ਕਰਨ ਦੀ ਵੀ ਮੰਗ ਕੀਤੀ ਸੀ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਵਿੱਚ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ 1831 ਤੇ 1996 ਦੇ ਦਰਮਿਆਨ ਚਲਾਇਆ ਗਿਆ। ਇਹਨਾਂ ਸਕੂਲਾਂ ਦਾ ਮਕਸਦ ਮੂਲ ਵਾਸੀ ਭਾਸ਼ਾਵਾਂ ਤੇ ਸੱਭਿਆਚਾਰਾਂ ਨੂੰ ਖਤਮ ਕਰਕੇ ਉਹਨਾਂ ਦੀ ਥਾਂ ਅੰਗਰੇਜ਼ੀ ਤੇ ਕ੍ਰਿਸਚਨ ਮਾਨਤਾਵਾਂ ਨੂੰ ਲਾਗੂ ਕਰਨਾ ਸੀ। ਅੰਦਾਜ਼ਨ 1,50,000 ਫਸਟ ਨੇਸ਼ਨਸ, ਮੈਟਿਸ ਤੇ ਇਨੂਇਟ ਬੱਚਿਆਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਕਰਕੇ ਇਹਨਾਂ ਬੋਰਡਿੰਗ ਸਕੂਲਾਂ ਦੇ ਵਿੱਚ ਰਹਿਣ ਲਈ ਇਹਨਾਂ ਨੂੰ ਮਜਬੂਰ ਕੀਤਾ ਗਿਆ, ਜਿੱਥੇ ਘੱਟੋ ਘੱਟ 4100 ਵਿਦਿਆਰਥੀ ਮਾਰੇ ਗਏ। TRC ਅਨੁਸਾਰ ਮਾਰੇ ਗਏ ਵਿਦਿਆਰਥੀਆਂ ਦੀ ਗਿਣਤੀ 15,000 ਵੀ ਹੋ ਸਕਦੀ ਹੈ। ਦੱਸ ਦਈਏ ਕਿ ਕੈਨੇਡਾ ਦੇ ਬਿਸ਼ਪ ਨੇ ਸੋਮਵਾਰ ਨੂੰ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਸ, ਉਹਨਾਂ ਦੇ ਪਰਿਵਾਰਾਂ ਤੇ ਦੇਸ਼ ਭਰ ਦੇ ਵਿੱਚ ਉਹਨਾਂ ਦੀਆਂ ਕਮਿਊਨਿਟੀਜ਼ ਦੇ ਲਈ ਰੀਕਨਸੀਲੀਏਸ਼ਨ ਪ੍ਰੋਜੈਕਟ ਦੇ ਵਿੱਚ ਮਦਦ ਵਾਸਤੇ $30 ਮਿਲੀਅਨ ਦੇਣ ਦਾ ਤਹੱਈਆ ਵੀ ਪ੍ਰਗਟਾਇਆ ਹੈ। ਕੈਨੇਡੀਅਨ ਕਾਨਫਰੰਸ ਆਫ ਕੈਥੋਲਿਕ ਬਿਸ਼ਪ ਯਾਨੀ CCCB ਨੇ ਇੱਕ ਨਿਊਜ਼ ਰਿਲੀਜ਼ ਜਾਰੀ ਕਰਕੇ ਆਖਿਆ ਹੈ ਕਿ ਉਹ 5 ਸਾਲਾਂ ਦੇ ਵਿੱਚ ਇਹ ਰਕਮ ਜਾਰੀ ਕਰਨ ਦੇ ਲਈ ਤਿਆਰ ਨੇ। ਅਜਿਹਾ ਉਹ ਲੋਕਲ ਪੱਧਰ ਦੇ ਉੱਤੇ ਪਹਿਲਕਦਮੀਆਂ ਨੂੰ ਫੰਡ ਕਰਕੇ ਕਰਨਗੇ। ਕੈਨੇਡਾ ਭਰ ਦੇ ਵਿੱਚ ਜਿਹੜੇ ਪਾਦਰੀ ਨੇ ਉਹਨਾਂ ਨੇ ਆਪਣੇ ਇਲਾਕੇ ਤੋਂ ਇਸ ਦੇ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਪੈਸੇ ਜੁਟਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਔਰੇਂਜ ਸ਼ਰਟ ਸੁਸਾਇਟੀ ਵਿਲੀਅਮਸ ਲੇਕ ਦੇ ਵਿੱਚ ਆਧਾਰਿਤ ਹੈ, ਜਿੱਥੇ ਔਰੇਂਜ ਸ਼ਰਟ ਦਿਵਸ ਦੀ ਸ਼ੁਰੂਆਤ 2013 ਦੇ ਵਿੱਚ ਫਿਲਿਸ ਵੈਬਸਟਰ ਦੁਆਰਾ ਕੀਤੀ ਗਈ ਸੀ। ਉਸ ਨੂੰ 1970 ਦੇ ਦਹਾਕੇ ਦੇ ਵਿੱਚ ਵਿਲੀਅਮਸ ਲੇਕ ਤੇ ਸੈਂਟ ਜੋਸਫ ਮਿਸ਼ਨ ਰਿਹਾਇਸ਼ੀ ਸਕੂਲ ਦੇ ਵਿੱਚ ਭੇਜਿਆ ਗਿਆ ਸੀ, ਜਦੋਂ ਇਹ ਸਿਰਫ 6 ਸਾਲ ਦੀ ਸੀ। ਇਸ ਲਈ ਜੋ ਲੋਕ ਔਰੇਂਜ ਸ਼ਰਟ ਤੇ ਪ੍ਰੋਫਿਟ ਕਮਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਇਸ ਸੰਬੰਧੀ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ। ਪਹਿਲਾ ਨੈਸ਼ਨਲ ਡੇ ਫॉर ਟਰੁਥ ਐਂਡ ਰੀਕਨਸੀਲੀਏਸ਼ਨ, ਜਿਸ ਮੁਤਾਬਕ ਕੈਨੇਡੀਅਨਾਂ ਨੂੰ ਵੀਰਵਾਰ ਨੂੰ ਸੰਤਰੀ ਰੰਗ ਦੇ ਕੱਪੜੇ ਪਾਉਣ ਦੀ ਉਮੀਦ ਕੀਤੀ ਜਾ ਰਹੀ ਹੈ। ਨਵੇਂ ਫੈਡਰਲ ਕਾਨੂੰਨੀ ਛੁੱਟੀ ਜੋ ਹਰ ਸਾਲ 30 ਸਤੰਬਰ ਨੂੰ ਆਏਗੀ, ਇਹ ਉਹ ਤਾਰੀਖ ਹੈ ਜਿਸ ਨੇ ਲਗਭਗ ਇੱਕ ਦਹਾਕੇ ਤੱਕ ਔਰੇਂਜ ਸ਼ਰਟ ਦਿਵਸ ਵਜੋਂ ਮਾਨਤਾ ਹਾਸਲ ਕੀਤੀ ਹੈ। ਇਸ ਸਮੇਂ ਸੰਤਰੀ ਸ਼ਰਟਸ ਰਿਹਾਇਸ਼ੀ ਸਕੂਲ ਪ੍ਰਣਾਲੀ ਦੇ ਕਾਰਨ ਹੋਏ ਸਕੂਲਾਂ ਦੀ ਨੁਕਸਾਨ ਦੀ ਪਛਾਣ ਤੇ ਬਚੇ ਹੋਏ ਲੋਕਾਂ ਦੇ ਲਈ ਸਹਾਇਤਾ ਦਾ ਪ੍ਰਤੀਕ ਬਣ ਗਿਆ ਨੇ। ਮੂਲ ਵਾਸੀ ਡਿਜ਼ਾਈਨਰ ਹਾਲਾਂਕਿ ਅੱਜ ਦੇ ਦਿਨ ਇਸ ਗੱਲ ਤੋਂ ਵੀ ਕੈਨੇਡੀਆਂ ਨੂੰ ਸਤਰਕ ਰਹਿਣ ਲਈ ਕਹਿ ਰਹੇ ਨੇ ਕਿ ਸੰਤਰੀ ਕੱਪੜੇ ਉਹ ਕਿੱਥੋਂ ਹਾਸਲ ਕਰ ਸਕਦੇ ਨੇ। ਮੂਲ ਵਾਸੀ ਰੀਕਨਸੀਲੀਏਸ਼ਨ ਦੇ ਕਾਰਨਾਂ ਨੂੰ ਅੱਗੇ ਵਧਾਉਣ ਲਈ ਫੰਡ ਇਕੱਠਾ ਕਰਨ ਦੇ ਵਿੱਚ ਸਹਾਇਤਾ ਲਈ ਵਿਲੱਖਣ ਡਿਜ਼ਾਈਨਾਂ ਦੀ ਵਰਤੋਂ ਵੀ ਕਰ ਰਹੇ ਨੇ। ਦੱਸ ਦਈਏ ਕਿ ਸੰਤਰੀ ਕਮੀਜ਼ਾਂ ਵੱਖ-ਵੱਖ ਆਨਲਾਈਨ ਸਟੋਰਾਂ ਤੇ ਵੀ ਆ ਰਹੀਆਂ ਨੇ। ਕਈ ਵਾਰ ਡਿਜ਼ਾਈਨ ਬਿਲਕੁਲ ਚੋਰੀ ਹੋ ਜਾਂਦੇ ਨੇ, ਕਿਉਂਕਿ ਲੋਕਾਂ ਦੁਆਰਾ ਜ਼ਾਹਿਰ ਤੌਰ ਤੇ ਅੰਦੋਲਨਾਂ ਤੋਂ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਕਈ ਮੂਲ ਵਾਸੀ ਡਿਜ਼ਾਈਨਰਾਂ ਨੇ ਕਿਹਾ ਹੈ ਕਿ ਇਹ ਕਹਿਣਾ ਬਹੁਤ ਹੀ ਨਿਰਾਸ਼ਾਜਨਕ ਹੁੰਦਾ ਹੈ ਕਿ ਉਹਨਾਂ ਕਾਰੋਬਾਰਾਂ ਨੂੰ ਵੇਖਣਾ ਜੋ ਸਵਦੇਸ਼ੀ ਨਹੀਂ ਨੇ, ਪਰ ਫਿਰ ਵੀ ਇਸ ਤੋਂ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਕਿਹਾ ਕਿ ਲੋਕਾਂ ਦੇ ਲਈ ਇਹ ਮਹੱਤਵਪੂਰਨ ਹੈ ਕਿ ਉਹ ਸੰਤਰੀ ਸ਼ਰਟਾਂ ਖਰੀਦਣ ਜੋ ਮੂਲ ਵਾਸੀ ਸੰਗਠਨਾਂ ਦੁਆਰਾ ਵੇਚੇ ਜਾਂਦੇ ਨੇ, ਜਾਂ ਉਹਨਾਂ ਮੂਲ ਵਾਸੀ ਕਲਾਕਾਰਾਂ ਦੀ ਭਾਲ ਕਰਨਾ ਜੋ ਇਹਨਾਂ ਸ਼ਰਟਾਂ ਨੂੰ ਖੁਦ ਬਣਾਉਂਦੇ ਨੇ। ਬਹੁਤ ਸਾਰੇ ਸਰਵਾਈਵਰ ਨੇ ਜੋ ਇਸ ਵੇਲੇ ਇਸ ਤਰ੍ਹਾਂ ਦੀਆਂ ਔਰੇਂਜ ਸ਼ਰਟਾਂ ਬਣਾ ਰਹੇ ਨੇ, ਜਿਸ ਦੀ ਕਮਾਈ ਤੋਂ ਹੋਣ ਵਾਲਾ ਤੀਜਾ ਹਿੱਸਾ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰ ਸੁਸਾਇਟੀ ਨੂੰ ਜਾਂਦਾ ਹੈ। ਉਹਨਾਂ ਕਿਹਾ ਕਿ ਸ਼ਰਟ ਖਰੀਦਣ ਵਾਲੇ ਲੋਕਾਂ ਦੇ ਨਾਲ ਤੇ ਬੋਲਣਾ ਵੀ
ਰੀਕੌਂਸਲੀਏਸ਼ਨ ਪ੍ਰਕਿਰਿਆ ਦਾ ਅਹਿਮ ਹਿੱਸਾ ਹੈ। ਉਹਨਾਂ ਕਿਹਾ ਕਿ ਚੰਗਾ ਲੱਗਦਾ ਹੈ ਜਦੋਂ ਹਰ ਕੋਈ ਸਾਡੇ ਨਾਲ ਗੱਲ ਕਰਨ ਆਉਂਦਾ ਹੈ, ਸਾਡੇ ਤੋਂ ਮਾਫੀ ਮੰਗਦੇ ਨੇ, ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਹੁੰਦੇ ਨੇ ਤੇ ਕੁਝ ਸਮਾਂ ਅਸੀਂ ਇਕੱਠੇ ਬਿਤਾਉਂਦੇ ਹਾਂ। ਇਸ ਮੌਕੇ ਤੇ ਹੋਣ ਵਾਲੇ ਕੁਝ ਘੁਟਾਲਿਆਂ ਬਾਰੇ ਵੀ ਚੇਤਾਵਨੀ ਜਾਰੀ ਕੀਤੀ ਗਈ। BBB ਲੋਕਾਂ ਨੂੰ ਸਲਾਹ ਦੇ ਰਹੇ ਨੇ। ਬਹੁਤ ਸਾਰੇ ਲੋਕ ਧੋਖੇ ਨਾਲ ਚੀਜ਼ਾਂ ਵੇਚ ਕੇ ਦਾਅਵਾ ਕਰਦੇ ਨੇ ਕਿ ਪੈਸੇ ਬਚੇ ਹੋਏ ਲੋਕਾਂ ਦੇ ਸਮੂਹ ਨੂੰ ਜਾ ਰਹੇ ਨੇ, ਪਰ ਅਜਿਹਾ ਨਹੀਂ ਹੈ। ਇਸ ਲਈ ਕੁਝ ਵੀ ਖਰੀਦਣ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਵੇਚਣ ਵਾਲੇ ਦੀ ਖੋਜ ਪੂਰੀ ਤਰ੍ਹਾਂ ਕੀਤੀ ਜਾਏ। ਕਈਆਂ ਨੇ ਕਿਹਾ ਹੈ ਕਿ ਇਹ ਜ਼ਖਮ ਸਿਰਫ ਕੁਝ ਸਮੇਂ ਦੇ ਨਹੀਂ ਹੈ, ਇਹ ਇੱਕ ਲੰਬੀ ਕਤਾਰ ਹੈ ਜਿਸ ਨੂੰ ਪਾਰ ਕਰਨ ਲਈ ਫੰਡਿੰਗ ਦੀ ਬਹੁਤ ਲੋੜ ਹੈ। ਉਹਨਾਂ ਕਿਹਾ ਕਿ ਜੇ ਤੁਸੀਂ ਸਿਰਫ ਇੱਕ ਕਮੀਜ਼ ਬਣਾ ਰਹੇ ਹੋ ਤੇ ਇਸ ਨੂੰ ਮੁਨਾਫੇ ਲਈ ਵੇਚ ਰਹੇ ਹੋ ਤਾਂ ਤੁਸੀਂ ਇਸ ਵਿੱਚ ਸ਼ਾਮਿਲ ਨਹੀਂ ਹੋ ਤੇ ਇਹ ਸਾਡੇ ਲਈ ਬਹੁਤ ਵੱਡਾ ਹਿੱਸਾ ਹੈ। ਜੇ ਲੋਕ ਸ਼ਰਟ ਬਣਾ ਰਹੇ ਨੇ ਤੇ ਉਹਨਾਂ ਨੂੰ ਵੇਚ ਰਹੇ ਨੇ ਤੇ ਰੀਕੌਂਸਲੀਏਸ਼ਨ ਨੂੰ ਅੱਗੇ ਵਧਾਉਣ ਲਈ ਵਰਤੋਂ ਕਰ ਰਹੇ ਨੇ ਤਾਂ ਇਹ ਇੱਕ ਚੰਗੀ ਗੱਲ ਹੈ, ਕਿਉਂਕਿ ਉਹਨਾਂ ਨੇ ਸਿਰਫ ਸ਼ਰਟ ਪਾਏ ਲੋਕਾਂ ਨਾਲੋਂ ਵੱਡਾ ਪ੍ਰਭਾਵ ਪਾਇਆ ਹੈ। ਉਹਨਾਂ ਕਿਹਾ ਕਿ ਇਹ ਸੱਚਮੁੱਚ ਸਾਨੂੰ ਕੈਨੇਡਾ ਦੇ ਵਿੱਚ ਅਜਿਹੀ ਸਥਿਤੀ ਵਿੱਚ ਲੈ ਗਿਆ ਹੈ ਜਿੱਥੇ ਅਸੀਂ ਰੀਕੌਂਸਲੀਏਸ਼ਨ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਤੇ ਮੂਲ ਵਾਸੀਆਂ ਦੇ ਨਾਲ ਰਿਹਾਇਸ਼ੀ ਸਕੂਲਾਂ ਦੇ ਵਿੱਚ ਜੋ ਵਾਪਰਿਆ ਉਸ ਦੇ ਨਾਲ ਮੇਲ ਮਿਲਾਪ ਵੱਲ ਵਧਣਾ ਸ਼ੁਰੂ ਕਰ ਰਹੇ ਹਾਂ। ਔਰੇਂਜ ਸ਼ਰਟ ਸੁਸਾਇਟੀ ਵਿਲੀਅਮਸ ਲੇਕ ਦੇ ਵਿੱਚ ਆਧਾਰਿਤ ਹੈ, ਜਿੱਥੇ ਔਰੇਂਜ ਸ਼ਰਟ ਦਿਵਸ ਦੀ ਸ਼ੁਰੂਆਤ 2013 ਵਿੱਚ ਫਿਲਿਸ ਵੈਬਸਟੈਡ ਦੁਆਰਾ ਕੀਤੀ ਗਈ ਸੀ। ਉਸ ਨੂੰ 1970 ਦੇ ਦਹਾਕੇ ਦੇ ਵਿੱਚ ਵਿਲੀਅਮਸ ਲੇਕ ਤੇ ਸੈਂਟ ਜੋਸਫ ਮਿਸ਼ਨ ਰਿਹਾਇਸ਼ੀ ਸਕੂਲ ਦੇ ਵਿੱਚ ਭੇਜਿਆ ਗਿਆ ਸੀ ਜਦੋਂ ਉਹ ਸਿਰਫ 6 ਸਾਲ ਦੀ ਸੀ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸੋ ਲਿਬਰਲ ਦੇ ਵੱਲੋਂ ਜੇਤੂ ਜਿਹੜੇ ਕੈਂਡੀਡੇਟ ਕਹੇ ਜਾ ਸਕਦੇ ਨੇ ਸੁਖ ਧਾਲੀਵਾਲ, ਉਹ ਵੀ ਇਸ ਮੌਕੇ ਮੂਲ ਵਾਸੀਆਂ ਦੇ ਇਸ ਦੁੱਖ ਦੇ ਵਿੱਚ ਸ਼ਰੀਕ ਹੋਏ ਤੇ ਉਹਨਾਂ ਦੇ ਨਾਂ ਉਹਨਾਂ ਸੰਦੇਸ਼ ਜਾਰੀ ਕੀਤਾ। ਸੋ ਸੁਖ ਧਾਲੀਵਾਲ ਜੀ, ਨੈਸ਼ਨਲ ਡੇ ਫॉर ਟਰੂਥ ਐਂਡ ਰੀਕੌਂਸਲੀਏਸ਼ਨ ਜਿਹੜਾ ਉਹ ਅੱਜ ਦਿਨ ਹੈ। ਅੱਜ ਦਾ ਦਿਨ ਤੁਸੀਂ ਮੂਲ ਵਾਸੀਆਂ ਨੂੰ ਸਪੈਸ਼ਲੀ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ, ਸਾਨੂੰ ਪਹਿਲਾਂ ਤਾਂ ਇਹ ਹੈਗਾ ਕਿ ਮੈਂ ਉਹਨਾਂ ਨਾਲ ਜਿਹੜਾ ਹਮਦਰਦੀ ਜ਼ਾਹਰ ਕਰਦਾ, ਉਹਨਾਂ ਨਾਲ ਜਿਹੜਾ ਇਨਸੋਲੀਡਰਿਟੀ ਖੜਾ ਹੈਗਾ ਪੂਰੇ ਮਜ਼ਬੂਤ, ਕਿਉਂਕਿ ਰੀਜ਼ਨ ਹੈਗਾ ਕਿ ਆਪਾਂ ਸਾਰੇ ਅੰਡਰਸਟੈਂਡ ਕਰਦੇ, ਐਜ਼ ਕੈਨੇਡੀਅਨਸ ਅੰਡਰਸਟੈਂਡ ਕਰਦੇ ਹਾਂ, ਐਜ਼ ਗੌਰਮੈਂਟ ਅੰਡਰਸਟੈਂਡ ਕਰਦੇ ਹਾਂ ਕਿ ਇੱਕ ਬਹੁਤ ਲੰਮਾ ਪੈਂਡਾ ਵਾ ਜਿੱਥੇ ਜਿਹੜੇ ਸਾਡੇ ਇੰਡੀਜਨਸ ਪੀਪਲਸ ਨੇ ਉਹਨਾਂ ਨੂੰ ਉਸ ਜਗ੍ਹਾ 'ਤੇ ਲੈ ਕੇ ਆਉਣਾ ਜਿੱਥੇ ਹਰ ਇੱਕ ਕੈਨੇਡੀਅਨ ਜਿਹੜਾ ਹੈਗਾ ਉਹ ਆਪਦਾ ਕੈਨੇਡਾ ਦਾ ਆਨੰਦ ਮਾਣ ਰਿਹਾ ਹੈਗਾ। ਔਰ ਤੁਸੀਂ ਗੱਲ ਕੀਤੀ ਅੱਜ ਦਿਨ ਦੀ, ਇਹ ਜੂਨ ਦੇ ਵਿੱਚ ਜਿਹੜਾ ਸੀਗਾ ਪਾਰਲੀਮੈਂਟ ਨੇ ਯੂਨੈਨਿਮਸਲੀ ਡਿਸਾਈਡ ਕੀਤਾ ਸੀ ਵੀ ਸਪਟੈਂਬਰ 30 ਜਿਹੜਾ ਹੈਗਾ ਇਹ ਜਿਹੜਾ ਵਾ ਇਹ ਅਸੀਂ ਇੱਕ ਨੈਸ਼ਨਲ ਡੇ ਫॉर ਜਿਹੜਾ ਹੈਗਾ ਟਰੂਥ ਐਂਡ ਰੀਕਨਸੀਲੀਏਸ਼ਨ ਮਨਾਉਣਾ। ਔਰ ਅੱਜ ਮੈਂ ਦੇਖ ਰਿਹਾ ਕਿ ਕੈਨੇਡਾ ਦੇ ਵਿੱਚ ਕੋਸਟ ਟੂ ਕੋਸਟ ਜਿਹੜੇ ਲੋਕ ਨੇ ਉਹ ਔਰੰਜ ਸ਼ਰਟਸ ਜਿਹੜੀਆਂ ਪਾ ਕੇ ਜਿਹੜਾ ਇਸ ਦਿਨ ਨੂੰ ਅੱਜ ਸਮਰਪਿਤ ਕਰ ਰਹੇ ਹੈਗੇ ਨੇ ਔਰ ਨਾਲ ਹੀ ਜਿਹੜਾ ਹੈਗਾ ਯਾਦ ਕਰ ਰਹੇ ਆ। ਦੇਖੋ ਕਿੰਨੇ ਬੱਚੇ ਜਿਹੜੇ ਸੀ ਰੈਜ਼ੀਡੈਂਸ਼ੀਅਲ ਸਕੂਲ ਦੇ ਉਹ ਜਿਹੜੇ ਨੇ ਕਿਹੜੀ ਮਤਲਬ ਕਾਲਾ ਧੱਬਾ ਜਿਹੜਾ ਸਾਡੀ ਕੈਨੇਡੀਅਨ ਹਿਸਟਰੀ ਦੇ ਵਿੱਚ ਲੱਗਿਆ ਔਰ ਹਰ ਇੱਕ ਮਹਿਸੂਸ ਕਰਦਾ ਕਿ ਉਹਨਾਂ ਪਰਿਵਾਰਾਂ ਨੂੰ ਹਜੇ ਤੱਕ ਨਿਆਂ ਨਹੀਂ ਮਿਲਿਆ। ਔਰ ਇਹ ਇੱਕੋ ਚੀਜ਼ ਹੈਗੀ ਆ ਕਿ ਇੱਕ ਪੋਜ਼ੀਟਿਵ ਸਟੈਪ ਹੈਗਾ। ਜੇ ਅੱਜ ਆਪਾਂ ਇਹਨੂੰ ਕਿਹਾ ਕਿ ਸਪਟੈਂਬਰ 30 ਜਿਹੜਾ ਹੈਗਾ ਇਹ ਨੈਸ਼ਨਲ ਡੇ ਫॉर ਟਰੂਥ ਐਂਡ ਰੀਕਨਸੀਲੀਏਸ਼ਨ ਹੈ, ਇੱਕ ਪੋਜ਼ੀਟਿਵ ਸਟੈਪ ਫਾਰਵਰਡ ਹੈਗਾ। ਐਟਲੀਸਟ ਅਸੀਂ ਇਹ ਰੀਅਲਾਈਜ਼ ਕੀਤਾ ਕਿ ਸਾਨੂੰ ਐਜ਼ ਕੈਨੇਡੀਅਨਸ, ਸਾਨੂੰ ਐਜ਼ ਗੌਰਮੈਂਟਸ ਜਿਹੜੀਆਂ ਡਿਫਰੈਂਟ ਆਰਡਰਸ ਆਫ ਗੌਰਮੈਂਟ ਆ ਔਰ ਇਕੱਠੇ ਹੋ ਕੇ ਸਾਨੂੰ ਕੰਮ ਕਰਨਾ ਪੈਣਾ ਇਹਨਾਂ ਦੀ ਜਿਹੜੀ ਹੈਗੀ ਬਿਹਤਰਤਾ ਲਈ। ਅੱਜ ਜਿਹੜਾ ਹੈਗਾ ਮੈਂ ਉਹਨਾਂ ਦੇ ਨਾਲ ਜਿਹੜਾ ਹੈਗਾ ਸੋਲੀਡੈਰਿਟੀ ਦੇ ਵਿੱਚ ਉਹਨਾਂ ਦੇ ਨਾਲ ਇੰਡੀਜਨਸ ਪੀਪਲਸ ਦੇ ਨਾਲ ਖੜਾ ਹੈਗਾ ਔਰ ਉਹਨਾਂ ਦੇ ਦੁੱਖ ਦੇ ਵਿੱਚ ਵੀ ਜਿਹੜਾ ਹੈਗਾ ਸ਼ਰੀਕ ਹੈਗਾ। ਸੋ ਅੱਜ ਦਾ ਦਿਨ ਜਿਹੜੇ ਨੇ ਕਿੱਥੇ ਕਿੱਥੇ ਸੈਮੀਨਾਰ ਹੋਣ ਜਾ ਰਹੇ ਨੇ ਔਰ ਤੁਸੀਂ ਵੀ ਕੀ ਕਿਸੇ ਸਮਾਗਮ ਦਾ ਹਿੱਸਾ ਬਣਨ ਜਾ ਰਹੇ ਹੋ? particular yes, there is quite a few ਜਿਹੜੇ ਫੰਕਸ਼ਨ ਜਿਹੜੇ ਨੇ ਕ੍ਰਾਸ ਕੈਨੇਡਾ ਹੋ ਰਹੇ। ਸਰੀ ਦੇ ਵਿੱਚ ਹਾਲੈਂਡ ਪਾਰਕ ਦੇ ਵਿੱਚ 2 ਵਜੇ ਤੋਂ ਲੈ ਕੇ ਅੱਜ 4 ਵਜੇ ਤੱਕ ਜਿਹੜਾ ਹੈਗਾ ਉਹ ਪ੍ਰੋਗਰਾਮ ਚੱਲਣਾ ਔਰ ਉੱਥੇ ਮੈਂ ਜਿਹੜਾ ਹੈਗਾ ਇਸ ਤੋਂ ਬਾਅਦ ਉੱਥੇ ਜਾ ਰਿਹਾ ਹੈਗਾ ਔਰ ਉੱਥੇ ਜਿਹੜਾ ਹੈਗਾ ਉਹਨਾਂ ਦੇ ਨਾਲ ਨੈਚੁਰਲੀ ਜਿਹੜੀ ਹੈਗੀ ਹੈ ਕਿਉਂਕਿ ਸਾਨੂੰ ਸਟਰੈਂਥ ਸ਼ੋਅ ਕਰਨੀ ਪੈਣੀ ਹੈਗੀ ਕਿਉਂਕਿ ਇਕੱਲੇ ਇੰਡੀਜਨਸ ਪੀਪਲਸ ਹੀ ਨਹੀਂ, ਇਕੱਲੀ ਗੌਰਮੈਂਟ ਨਹੀਂ, ਰਾਈਟ, ਇਕੱਲੇ ਇਹ ਸਾਨੂੰ ਐਜ਼ ਕੈਨੇਡੀਅਨ ਜਿਹੜਾ ਹੈਗਾ ਹਮਲਾ ਮਾਰਨਾ ਪੈਣਾ ਤਾਂ ਕਿ ਅਸੀਂ ਜਿਹੜਾ ਹੈਗਾ ਜੇ ਉਹ ਅਚੀਵ ਕਰ ਸਕੀਏ ਕਿ ਜਿੱਥੇ ਹਰ ਇੱਕ ਕੈਨੇਡੀਅਨ ਜਿਹੜਾ ਹੈਗਾ ਇਨਕਲੂਡਿੰਗ ਆਲ ਇੰਡੀਜਨਸ ਪੀਪਲ ਜਿਹੜੇ ਆ ਉਹ ਬਰਾਬਰਤਾ ਦੇ ਜਿਹੜੇ ਸੁੱਖ ਆਨੰਦ ਜਿਹੜੇ ਆ ਇਸ ਦੇਸ਼ 'ਚ ਮਾਣ ਸਕਣ। ਧਾਲੀਵਾਲ ਜੀ, ਜਿੰਨਾ ਵੀ ਸਰਕਾਰ ਕਰ ਰਹੀ ਹੈ ਉਹਨਾਂ ਵਾਸਤੇ ਔਰ ਜਿਸ ਤਰੀਕੇ ਨਾਲ ਨੈਸ਼ਨਲ ਡੇ ਵੀ ਜਿਹੜਾ ਉਹ ਐਲਾਨ ਦਿੱਤਾ ਗਿਆ, ਨੋ ਡਾਊਟ ਕਿ ਅੱਜ ਇੱਕ ਕੋਸ਼ਿਸ਼ ਦਾ ਜਿਹੜਾ ਕਦਮ ਵਧਾਇਆ ਕਹਿ ਸਕਦੇ ਹਾਂ ਉਹਨਾਂ ਦੇ ਜ਼ਖਮਾਂ ਦੇ ਉੱਤੇ ਮੱਲਮ ਲਗਾਉਣ ਦੇ ਲਈ। ਅੱਗੇ ਹੋਰ ਕੀ ਕੁਝ ਸਰਕਾਰ ਉਹਨਾਂ ਲਈ ਕਰੇਗੀ ਕਿਉਂਕਿ ਉਹਨਾਂ ਦਾ ਦੁੱਖ ਜਿਹੜਾ ਹੈ ਉਹ ਇੰਨਾ ਛੋਟਾ ਨਹੀਂ ਹੈ ਕਿ ਇਹਨਾਂ ਚੀਜ਼ਾਂ ਨਾਲ ਭਰ ਸਕੇ। ਹੋਰ ਕਿਹੜੇ ਸਟੈਪ ਉਹਨਾਂ ਵਾਸਤੇ ਚੁੱਕੇ ਜਾਣਗੇ ਜਿਹਦੇ ਨਾਲ ਉਹ ਫਿਰ ਤੋਂ ਜਿਹੜਾ ਉਹਨਾਂ ਦਾ ਇਹ ਦੁੱਖ ਭਰਿਆ ਜਾ ਸਕੇ ਤੇ ਉਹਨਾਂ ਨੂੰ ਲੱਗੇ ਵੀ ਸਰਕਾਰ ਵੀ ਸਾਡੇ ਨਾਲ ਹੈ ਤੇ ਬਾਕੀ ਕਮਿਊਨਿਟੀਜ਼ ਵੀ ਉਹਨਾਂ ਦੇ ਨਾਲ ਮਿਲ ਕੇ ਕੰਮ। ਬਿਲਕੁਲ ਸਹੀ ਕਿਹਾ। ਸਾਨੂੰ ਪਹਿਲਾਂ ਤਾਂ ਇਹ ਆ ਵੀ ਗੌਰਮੈਂਟ ਨੇ ਜਿਹੜਾ
ਸੀ ਅਸੀਂ ਆਪਣੇ ਪਲੇਟਫਾਰਮ ਦੇ ਵਿੱਚ ਮਨੀ ਅਸਾਈਨ ਕੀਤੀ ਸੀ ਕਿ ਵੀ ਜਿਹੜੇ ਉਹਨਾਂ ਦੇ ਬੱਚੇ ਹੈਗੇ ਆ ਉਹਨਾਂ ਨੂੰ ਪ੍ਰੋਪਰ ਐਜੂਕੇਸ਼ਨ ਮਿਲੇ। ਜਦੋਂ ਉਹਨਾਂ ਨੂੰ ਵਧੀਆ ਐਜੂਕੇਸ਼ਨ ਮਿਲੂਗੀ ਉਹ ਪੜ੍ਹ ਕੇ ਜਿਹੜਾ ਹੈਗਾ ਨੇ ਉਹ ਫਿਰ ਮੇਨ ਸਟਰੀਮ ਦੇ ਵਿੱਚ ਆ ਕੇ ਇੱਕ ਜਿਹੜਾ ਵਾ ਉਹ ਉਹਨਾਂ ਦੀ ਜ਼ਿੰਦਗੀ 'ਚ ਵੀ ਪੋਜ਼ਿਟਿਵ ਹੋਏਗਾ, ਉਹ ਪਰਿਵਾਰਾਂ 'ਚ ਵੀ ਪੋਜ਼ਿਟਿਵ। ਇਹ ਬੜਾ ਜ਼ਰੂਰੀ ਹੈਗਾ। ਆਪਾਂ ਡਰਿੰਕ ਜਿਹੜੀਆਂ ਸੀਗੀਆਂ ਵਾਟਰ ਐਡਵਾਈਜ਼ਰੀ ਦੀ ਗੱਲ ਕਰਦੇ ਹਾਂ, ਉਹ ਅਸੀਂ 500 ਤੋਂ ਉੱਤੇ ਜਿਹੜੀਆਂ ਨੇ ਉਹ ਲਿਫਟ ਕੀਤੀਆਂ। ਔਰ ਜਦੋਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਆਉਂਦੀ, ਹਰ ਇੱਕ ਜਿਹੜੀ ਸੀ ਜਿਹੜੀ ਡਰਿੰਕਿੰਗ ਵਾਟਰ ਐਡਵਾਈਜ਼ਰੀ ਸੀ ਉਹ ਸਾਰੀਆਂ ਸੀ ਇੱਥੋਂ ਉਠਾ ਦਿੱਤੀਆਂ ਗਈਆਂ। ਸੋ ਹਰ ਕਦਮ ਜਿਹੜਾ ਹੈਗਾ ਇੱਧਰਲੇ, ਔਰ ਉਹਨਾਂ ਦੀ ਓਨ ਜਿਹੜਾ ਗਵਰਨਮੈਂਟ ਹਾਊਸ ਜਿਹੜਾ ਹੈਗਾ ਉਹਦੇ ਲਈ ਜਗ੍ਹਾ ਆਟਵਾ ਦੇ ਵਿੱਚ ਬਿਲਕੁਲ ਪਾਰਲੀਮੈਂਟ ਦੇ ਸਾਹਮਣੇ ਦਿੱਤੀ ਆ, ਤਾਂ ਕਿ ਉਹ ਆਪਣੇ ਡਿਸੀਜਨ ਜਿਹੜੇ ਨੇ ਉਹ ਆਪ ਮੇਕ ਕਰ ਸਕਣ। ਔਰ ਗਵਰਨਮੈਂਟ ਐਂਡ ਇੰਡੀਜੀਨਸ ਪੀਪਲ ਜਿਹੜੇ ਰਲ ਕੇ ਜਿਹੜਾ ਫਿਊਚਰ ਦੇ ਵਿੱਚ ਵੀ, ਚਾਹੇ ਉਹਨਾਂ ਦੇ ਬੱਚਿਆਂ ਦੀ ਗੱਲ ਹੈ, ਚਾਹੇ ਅੱਜ ਡਰਿੰਕਿੰਗ ਵਾਟਰ ਦੀ, ਚਾਹੇ ਉਹਨਾਂ ਦੀਆਂ ਹੈਲਥ ਸੇਵਾਵਾਂ ਨੇ, ਇਹ ਸਾਰੀਆਂ 'ਤੇ ਸਾਨੂੰ ਰਲ ਕੇ ਕੰਮ ਕਰਨਾ ਪੈਣਾ। ਅਖੀਰ 'ਚ ਕੀ ਕਹਿਣਾ ਚਾਹੋਗੇ? ਬਸ ਇਹੀ ਗੱਲ ਕਹਿਣਾ ਚਾਹੁੰਦਾ ਵੀ ਅੱਜ ਧੰਨਵਾਦ ਤੁਹਾਡਾ ਕਿ ਤੁਸੀਂ ਵੀ ਇਸ ਟੌਪਿਕ ਨੂੰ ਲਿਆ, ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਨਾ ਅੱਜ ਇਹ ਨਹੀਂ ਇਕੱਲੀ ਗਵਰਨਮੈਂਟ ਆ ਜਾਂ ਇਕੱਲੇ ਇੰਡੀਜੀਨਸ ਪੀਪਲਸ, ਇਨਫੈਕਟ ਹੋਲ ਕਮਿਊਨਿਟੀ ਨੇ ਜਦੋਂ ਇਹ ਬੱਚਿਆਂ ਦੀਆਂ ਜਿਹੜੀਆਂ ਸੀਗੀਆਂ ਅਨਮਾਰਕ ਗ੍ਰੇਵ ਜਿਹੜੀਆਂ ਲੱਭੀਆਂ, ਉਸ ਤੋਂ ਬਾਅਦ ਹਰ ਇੱਕ ਇਨਸਾਨ, ਈਵਨ ਸਰੀ ਨਿਊਟਨ ਦੇ ਲੋਕ ਵੀ ਜਿੱਥੇ ਮੈਂ ਜਾਂਦਾ ਸੀ ਇਹ ਗੱਲ ਜਿਹੜੀ ਸੀਗੀ ਉਹ ਮੂਹਰੇ ਲੈ ਕੇ ਆਉਂਦੇ ਸੀ। ਔਰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਦਿਨ ਨੂੰ ਜਿਹੜਾ ਹੈਗਾ ਉਹ ਅਵੇਅਰਨੈਸ ਜਿਹੜੀ ਹੈਗੀ ਆ ਉਹ ਲਿਆ ਰਹੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਚੈਨਲ ਪੰਜਾਬੀ ਦੇ ਸਮੂਹ ਦਰਸ਼ਕਾਂ ਦਾ। ਅੱਗੇ ਦੱਸੀਏ, ਕੈਨੇਡੀਅਨ ਫਲਾਈਟ ਅਟੈਂਡੈਂਟਸ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਯਾਤਰੀਆਂ ਦੇ ਦੁਆਰਾ ਬਰਦਾਸ਼ਤ ਨਾ ਕਰਨ ਵਾਲਾ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਕਾਰਨ ਹੈ ਕੋਵਿਡ-19 ਦਾ ਵਧਣਾ। ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੋਇਜ਼ ਦਾ ਇਹ ਕਹਿਣਾ ਹੈ ਕਿ ਫਲਾਈਟ ਅਟੈਂਡੈਂਟਸ ਨੇ ਗਰਮੀਆਂ ਦੇ ਵਿੱਚ ਮਾੜੇ ਵਿਵਹਾਰ ਦੇ ਵਿੱਚ ਵਾਧਾ ਦੇਖਿਆ ਹੈ। ਉਹ ਕਹਿੰਦੇ ਨੇ ਕਿ ਯਾਤਰੀਆਂ ਦੇ ਨਾਲ ਜ਼ੁਬਾਨੀ ਝਗੜੇ ਆਮ ਨੇ ਤੇ ਫਲਾਈਟ ਅਟੈਂਡੈਂਟਸ ਦੀ ਮਾਨਸਿਕ ਸਿਹਤ ਨੂੰ ਉਹ ਪ੍ਰਭਾਵਿਤ ਕਰਦੇ ਨੇ। ਬਹੁਤ ਸਾਰੀਆਂ ਮੁਸ਼ਕਿਲਾਂ ਉਹਨਾਂ ਯਾਤਰੀਆਂ ਦੇ ਦੁਆਰਾ ਪੈਦਾ ਹੁੰਦੀਆਂ ਨੇ ਜੋ ਬੋਰਡ ਦੇ ਉੱਤੇ ਫਸੇ ਫੇਸ ਮਾਸਕ ਪਾਉਣ ਦੀ ਫੈਡਰਲ ਜ਼ਰੂਰਤ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ। ਟਰਾਂਸਪੋਰਟ ਕੈਨੇਡਾ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਗਰਮੀਆਂ ਦੇ ਮਾਸਕ ਦੇ ਹੁਕਮ ਦੀ ਪਾਲਣਾ ਨਾ ਕਰਨ ਦੀਆਂ ਘਟਨਾਵਾਂ ਵਾਪਰੀਆਂ ਨੇ। 에ਅਰਲਾਈਨਸ ਨੇ ਜੁਲਾਈ ਤੇ ਅਗਸਤ ਦੇ ਦੌਰਾਨ ਮਾਸਕ ਪਾਉਣ ਤੋਂ ਇਨਕਾਰ ਕਰਨ ਦੇ ਲਈ 330 ਯਾਤਰੀਆਂ ਨੂੰ ਰੈਗੂਲੇਟਰ ਨੂੰ ਸੂਚਿਤ ਕੀਤਾ, ਜੋ ਅਪ੍ਰੈਲ ਤੇ ਮਈ ਦੇ ਵਿੱਚ ਵਾਪਰੀਆਂ ਘਟਨਾਵਾਂ ਦੀ ਦੁੱਗਣੀ ਤੋਂ ਵੀ ਜ਼ਿਆਦਾ ਗਿਣਤੀ ਹੈ। ਪਰ CUPE ਦਾ ਕਹਿਣਾ ਹੈ ਕਿ ਗਿਣਤੀ ਅਸਲ ਦੇ ਵਿੱਚ ਸਮੱਸਿਆ ਨੂੰ ਘਟਾਉਂਦੀ ਹੈ। ਉਹ ਕਹਿੰਦੇ ਨੇ ਕਿ ਸਿਰਫ ਸਭ ਤੋਂ ਗੰਭੀਰ ਘਟਨਾਵਾਂ ਦੀ ਰਿਪੋਰਟ ਹੀ ਰੈਗੂਲੇਟਰ ਨੂੰ ਕੀਤੀ ਜਾਂਦੀ ਹੈ, ਪਰ ਫਲਾਈਟ ਅਟੈਂਡੈਂਟਸ ਹਰ ਰੋਜ਼ ਟਕਰਾਅ ਤੇ ਬੇਈਮਾਨੀ ਦੇ ਨਾਲ ਨਜਿੱਠਦੇ ਨੇ। ਕੈਲਗਰੀ ਸਥਿਤ ਵੈਸਟ ਜੈਟ 에ਅਰਲਾਈਨਸ ਦਾ ਕਹਿਣਾ ਹੈ ਕਿ ਉਸਨੇ ਪਿਛਲੇ ਸਾਲ ਸਤੰਬਰ ਤੋਂ ਮਾਸਕ ਦੀ ਪਾਲਣਾ ਨਾ ਕਰਨ ਦੇ ਕਾਰਨ 118 ਯਾਤਰੀਆਂ ਦੇ ਵਿਰੁੱਧ ਯਾਤਰਾ ਪਾਬੰਦੀ ਦੇ ਹੁਕਮ ਜਾਰੀ ਕੀਤੇ ਸੀ। ਅਗਰ ਦੱਸੇ ਕਿ ਯੂਰਪੀਅਨ 에ਅਰਲਾਈਨਸ ਦੇ ਸਮੂਹ ਨੇ ਵੀਰਵਾਰ ਨੂੰ ਉਹਨਾਂ ਯਾਤਰੀਆਂ ਦੀ ਅਦਾਇਗੀ ਜਿਹੜੀ ਹੈ ਉਸ ਲਈ ਸਹਿਮਤੀ ਦਿੱਤੀ ਹੈ ਜਿਨ੍ਹਾਂ ਦੀਆਂ ਉਡਾਨਾਂ ਕੋਵਿਡ-19 ਮਹਾਮਾਰੀ ਦੇ ਦੌਰਾਨ ਰੱਦ ਕੀਤੀਆਂ ਗਈਆਂ ਸਨ ਤੇ ਭਵਿੱਖ ਦੇ ਵਿੱਚ ਯਾਤਰੀਆਂ ਦੇ ਅਧਿਕਾਰਾਂ ਬਾਰੇ ਬਿਹਤਰ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਵਚਨਬੱਧ ਨੇ। ਯੂਰਪੀਅਨ ਕਮਿਸ਼ਨ ਦੇ ਨਾਲ ਗੱਲਬਾਤ ਤੋਂ ਬਾਅਦ 16 에ਅਰਲਾਈਨਾਂ ਰਿਫੰਡ ਦੇ ਬੈਕਲੌਗ ਨੂੰ ਕਲੀਅਰ ਕਰਨ ਦੇ ਲਈ ਸਹਿਮਤ ਹੋਈਆਂ। ਯਾਤਰੀਆਂ ਨੂੰ ਬਿਹਤਰ ਜਾਣਕਾਰੀ ਦੇਣ ਦੇ ਲਈ ਕੀ ਕੰਪਨੀਆਂ ਕਦੋਂ ਉਡਾਨਾਂ ਰੱਦ ਕਰਦੀਆਂ ਨੇ ਤੇ ਯਾਤਰੀਆਂ ਦੁਆਰਾ ਉਹਨਾਂ ਨੂੰ ਚੁਣਨ ਤੇ ਹੀ ਵਾਊਚਰ ਪੇਸ਼ ਕਰਦੇ ਨੇ। 에ਅਰਲਾਈਨਾਂ ਦੇ ਵਿੱਚ 에ਅਰ ਫਰਾਂਸ, KLM, ਬ੍ਰਿਟਿਸ਼ ਏਅਰਵੇਜ਼, EasyJet, ਲੁਫਥਾਂਸਾ ਤੇ ਰਾਇਨਏਅਰ, ਟੈਪ ਤੇ ਵਿਜ਼ 에ਅਰ ਸ਼ਾਮਿਲ ਨੇ। ਯੂਰਪੀਅਨ ਕਮਿਸ਼ਨਰ ਫॉर ਜਸਟਿਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮਹਾਮਾਰੀ ਦੇ ਸ਼ੁਰੂਆਤੀ ਪੜਾਅ ਦੇ ਵਿੱਚ ਕੁਝ 에ਅਰਲਾਈਨਾਂ ਨੇ ਯਾਤਰੀਆਂ ਤੇ ਵਾਊਚਰ ਜਿਹੜੇ ਨੇ ਉਹ ਵਾਪਸ ਕੀਤੇ ਨੇ। ਉਹਨਾਂ ਕਿਹਾ ਕਿ ਉਹ ਯੂਰਪੀਅਨ ਯੂਨੀਅਨ ਦੇ ਉਪਭੋਗਤਾ ਸੁਰੱਖਿਆ ਨਿਯਮਾਂ ਦੇ ਵਿਰੁੱਧ ਕੰਮ ਕਰ ਰਹੇ ਸਨ। ਯੂਰਪੀਅਨ ਯੂਨੀਅਨ ਦੇ ਵੱਖਰੇ ਰਾਜਾਂ ਦੇ ਵਿੱਚ ਰਾਸ਼ਟਰੀ ਅਧਿਕਾਰੀ EU ਦੇ ਉਪਭੋਗਤਾ ਸੁਰੱਖਿਆ ਕਾਨੂੰਨਾਂ ਨੂੰ ਲਾਗੂ ਕਰਨ ਦੇ ਲਈ ਜ਼ਿੰਮੇਵਾਰ ਨੇ। ਯੂਰਪੀਅਨ ਯੂਨੀਅਨ ਕਾਨੂੰਨ ਖਪਤਕਾਰ ਸੁਰੱਖਿਆ ਸਹਿਕਾਰਤਾ ਰੈਗੂਲੇਸ਼ਨ ਨੇ ਅਜਿਹੇ ਮੁੱਦਿਆਂ ਦੇ ਉੱਤੇ ਤਾਲਮੇਲ ਕਰਨ ਦੇ ਲਈ ਰਾਜ ਲਾਗੂ ਕਰਨ ਵਾਲਿਆਂ ਦਾ ਇੱਕ ਨੈਟਵਰਕ ਬਣਾਇਆ ਹੈ। ਯੂਰਪੀਅਨ ਯੂਨੀਅਨ ਕਮਿਸ਼ਨਰ ਨੇ ਕਿਹਾ ਹੈ ਕਿ ਇਹ CPC ਨੈਟਵਰਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਖਪਤਕਾਰ ਸੁਰੱਖਿਆ ਸਹਿਕਾਰਤਾ ਕਾਰਵਾਈ ਸੀ ਤੇ ਕਮਿਸ਼ਨ ਦੀ ਚੇਤਾਵਨੀ ਦੇ ਆਧਾਰ ਤੇ ਕੀਤੀ ਗਈ ਪਹਿਲੀ ਕਾਰਵਾਈ ਸੀ। ਯੂਰਪੀਅਨ ਖਪਤਕਾਰ ਸੰਗਠਨ CEUC ਦੇ ਜਨਰਲ ਡਾਇਰੈਕਟਰ ਮੋਨੀਗੋਇਸ ਨੇ ਕਿਹਾ ਕਿ 에ਅਰਲਾਈਨਾਂ ਨੇ ਮਹਾਮਾਰੀ ਦੇ ਦੌਰਾਨ ਯੂਰਪੀਅਨ ਖਪਤਕਾਰਾਂ ਦੇ ਅਧਿਕਾਰਾਂ ਦੀ ਵੱਡੀ ਪੱਧਰ ਦੇ ਉੱਤੇ ਉਲੰਘਣਾ ਕੀਤੀ ਹੈ, ਜਿਸ ਨੇ ਜੁਲਾਈ 2020 ਦੇ ਵਿੱਚ EU ਨੂੰ ਸ਼ਿਕਾਇਤ ਕੀਤੀ। ਪਰ ਹੁਣ ਸਮਾਂ ਆ ਗਿਆ ਕਿ 에ਅਰਲਾਈਨਾਂ ਆਪਣੇ ਕੰਮ ਨੂੰ ਕਲੀਅਰ ਕਰਨ। ਯੂਰਪ ਦੇ ਬਹੁਤ ਸਾਰੇ ਖਪਤਕਾਰ ਅਜੇ ਵੀ ਆਪਣੇ ਪੈਸੇ ਵਾਪਸ ਕਰਨ ਦੀ ਉਡੀਕ ਕਰ ਰਹੇ ਨੇ। 2020 ਦੇ ਵਿੱਚ ਪਹਿਲੇ ਲਾਕਡਾਊਨ ਦੌਰਾਨ ਰੱਦ ਕੀਤੀਆਂ ਉਡਾਨਾਂ ਜਿਹੜੀਆਂ ਨੇ ਉਹਨਾਂ ਲਈ ਇਹ ਪੈਸੇ ਲਏ ਗਏ ਸੀ। ਉਹਨਾਂ ਕਿਹਾ ਕਿ ਯੂਰਪੀਅਨ ਯੂਨੀਅਨ ਟਰਾਂਸਪੋਰਟ ਮੁਖੀ ਵੈਲਨ ਨੇ ਵੀ ਸਮਝੌਤੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਹ
ਯਾਤਰੀਆਂ ਦੇ ਉੱਤੇ 에ਅਰਲਾਈਨਸ ਦੇ ਵਿੱਚ ਭਰੋਸੇ ਨੂੰ ਬਹਾਲ ਕਰੇਗਾ। ਹਵਾਈ ਆਵਾਜਾਈ ਖੇਤਰ ਦੀ ਰਿਕਵਰੀ ਇਸ ਦੇ ਉੱਤੇ ਨਿਰਭਰ ਕਰਦੀ ਹੈ। ਜੋ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਖਾਸ ਅਪਡੇਟ। ਦੋਸਤੋ, ਅੱਜ ਕੈਨੇਡਾ ਭਰ ਦੇ ਵਿੱਚ ਜਿਹੜਾ ਟਰੂਥ ਐਂਡ ਰੀਕਨਸੀਲੀਏਸ਼ਨ ਡੇ ਜਿਹੜਾ ਮਨਾਇਆ ਜਾ ਰਿਹਾ ਆ, ਉਹਨਾਂ ਬੱਚਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਦੇ ਪਿੱਛੇ ਜਿਹੇ ਆਪਾਂ ਦੇਖਿਆ ਕਿ ਸਕੂਲ ਦੀਆਂ ਜਿਹੜੀਆਂ ਗਰਾਊਂਡ ਸੀਗੀਆਂ ਜਾਂ ਆਲਾ ਦੁਆਲਾ ਸੀ, ਉਹਨਾਂ ਵਿੱਚੋਂ ਉਹਨਾਂ ਦੇ ਪਿੰਜਰ ਲੱਭੇ ਨੇ ਸੈਂਕੜਿਆਂ ਦੀ ਗਿਣਤੀ ਵਿੱਚ। ਔਰ ਉਹਨਾਂ ਬੱਚਿਆਂ ਦੀ ਖਾਤਰ ਜਿਹੜਾ ਜੀ TRC ਕਮਿਸ਼ਨ ਬਣਾਇਆ ਹੋਇਆ ਸੀਗਾ, ਉਹਨਾਂ ਨੇ ਇਹ ਗੱਲਬਾਤ ਲਿਆਂਦੀ ਆ ਅਤੇ ਸਰਕਾਰ ਵੱਲੋਂ ਅੱਜ ਜਿਹੜਾ ਇਹ 30 ਸਤੰਬਰ ਦਾ ਦਿਨ ਹੈਗਾ ਇਹਦੇ ਲਈ ਰੱਖਿਆ ਗਿਆ ਹੈ। ਅਤੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਹੁਣ ਵੰਦਨਾ ਸ਼ਾਹ ਹੋਰਾਂ ਦੇ ਨਾਲ, ਜੋ ਇੱਕ ਸਕੂਲ ਟੀਚਰ ਨੇ, ਜਿਹਾਂ ਐਲੀਮੈਂਟਰੀ ਸਕੂਲ ਦੇ ਵਿੱਚ ਗ੍ਰੇਡ 2 ਨੂੰ ਪੜ੍ਹਾਉਂਦੇ ਨੇ। ਵੰਦਨਾ ਤੋਂ ਪੁੱਛਦੇ ਹਾਂ ਕਿ ਜਿਹੜਾ ਸਕੂਲਾਂ ਦੇ ਵਿੱਚ ਇਹ ਜਿਹੜਾ ਦਿਨ ਹੈਗਾ ਉਹਨਾਂ ਬੱਚਿਆਂ ਨੂੰ ਸਮਰਪਿਤ, ਰੈਜ਼ੀਡੈਂਸ਼ੀਅਲ ਸਕੂਲਸ ਦੇ ਜਿਹੜੇ ਵਿਕਟਮਸ ਬਣੇ ਸੀਗੇ, ਉਹਨਾਂ ਪ੍ਰਤੀ ਸਕੂਲਾਂ ਦੇ ਵਿੱਚ ਕੀ ਕੀਤਾ ਜਾ ਰਿਹਾ है? वंदना, क्या हो रहा है स्कूलों में? ये ट्रूथ एंड रिकन्सिलिएशन की जो रिपोर्ट आई है, उसके बाद स्कूल्स में उन बच्चों के प्रति किस तरह श्रद्धांजलि दी जा रही है या किस तरह उनको याद किया जा रहा है? Kulmeet, this is a very, very sad moment of history. That's right. और इसके लिए बच्चों को सिखाया जा रहा है कि कैसे रेजिडेंशियल स्कूल में बच्चों को लेके चले गए थे एंड they were not allowed to meet their family, even their siblings that were attending the school, how those children were mistreated. तो बच्चों को रियलिटी बताई जा रही है। उनको काफ़ी लिटरेचर उनको पढ़ाया जाता है, जो पढ़ नहीं सकते छोटे बच्चे, उनके लिए हम उनको उस बारे में पढ़ के सुनाते हैं। वीडियोस हैं, उसके बाद एक्टिविटीज़ है। और आज नॉट जस्ट ट्रूथ एंड रिकन्सिलिएशन डे है, इट्स ऑल्सो एन ऑरेंज शर्ट डे। तो दिस इज द रीजन, दैट्स व्हाई यू वेयरिंग दैट? दिस इज द रीजन आई एम वेयरिंग ऑरेंज। और स्कूल में भी वी ऑल वोर ऑरेंज yesterday because today is a holiday. जी। तो वी रियली इनकरेज्ड एवरीबॉडी। और इसका मतलब समझाया था, एक लड़की जो बड़ी खुशी खुशी रेजिडेंशियल स्कूल गई थी, एक ऑरेंज शर्ट खरीद के लाई थी, पहन के गई थी, और वहाँ से शी वाज स्ट्रिप्ड ऑफ दैट शर्ट, शी वाज नेवर गिवन दैट शर्ट बैक, शी वाज नेवर अलाउड टू वेयर एनीथिंग बट the uniforms. She could not understand ये क्यों ले लिया गया, क्यों हो रहा? like she meant nothing. That's the feeling these children got. They were nobody. So that's why आज बच्चों को सिखाया जा रहा है कि every kid matters. Yes. And what happened in the past was not right. So truth and reconciliation का उनको meaning सिखाया जा रहा है। Truth is we have to face the truth कि जो हुआ था इतने साल पहले वो गलत था। ठीक। And we have to now right the wrong that took place. So we have to acknowledge it, number one. To reconcile, before that we have to acknowledge, yes, what happened was wrong. And we have to apologize. We are sorry. तो बच्चों को सिखाया जाता है acceptance and apology, and then moving ahead and working together. अच्छा, जो बात मूविंग अहेड की आती है, बच्चों को साथ में लेके दूसरे बच्चों को भी, वो काफ़ी मुश्किल काम होगा। लाइक यू नो हाउ यू गेट टू यू नो टेक ऑल दीज किड्स टुगेदर, कैसे उन सभी को आप इकट्ठे आगे जाने की बात सिखाते हैं? सबसे पहले तो ये स्टेप है टू एक्नॉलेज। एंड अब जैसे मैं अपने बच्चों को ले जाती हूँ फोर्थ स्कूल एज एन इंक्वायरी लर्निंग फॉर अ वीक। देयर दे लर्न अबाउट फर्स्ट नेशंस एंड हाउ द यूरोपियंस केम टू ट्रेड। वो बच्चे खुद कहते हैं, जब पता चलता है कि दे केम, दे ट्रेडेड और धीरे धीरे यहाँ कब्जा कर लिया। बट एंड देन दीज पीपल, फर्स्ट नेशंस पीपल, पुट इन एन एरिया कॉल्ड रिजर्वेशन कि तुम लोग वहीं रहोगे, यू कैन नॉट कम हियर। तो बच्चे themselves at that point recognize कि that was not right. This was their land. तो एक वो है, you teach them about history. You teach them about the First Nations culture. You let them know what had happened in the past. So, and we are introducing a lot of literature that deals with First Nations content. There is the new mandate right now with the new curriculum. It was recommended that you have to incorporate First Nations history starting very young. But maybe I heard it's still biased. They are not
teaching them as much as they should, but our schools are trying. A lot of literature we are adding, which will be First Nations based. तो कुछ ना कुछ वॉइसेस जो हैं उस चीज़ के खिलाफ अभी भी उठाई जाती हैं कि भाई ये ठीक नहीं पढ़ाया जा रहा। Yes. हाँ, हम लोग बच्चों को हमेशा यही सिखाते हैं कि what was done was not right. And there's also that acknowledgement. Any ceremonies that start in our school or even in Edmonton, we acknowledge that we are in the First Nations Treaty. The acknowledgement. करते हैं। हाँ. वो पहले जब अपनी वो जो पिछली सरकार थी वो तो ओपनली शुरुआत किया करते थे। मेरा ख्याल जब कैनी साहब आए हैं इन्होंने वो चीज़ बिल्कुल बंद कर दी थी। कैनी के बारे में जितना कम बोले अच्छा ही होगा। So we are trying as a नहीं चलो दैट्स वेरी बहुत बढ़िया है कि स्कूलों में किया जा रहा है। वैसे वंदना तुम ये भी सोच रहे हो कि जो दूसरी कम्युनिटी दुनिया भर से लोग आकर इधर रह रहे हैं, हाउ टू मेक देम अवेयर ऑफ दीज इवेंट्स कि वे पीछे ऐसे ऐसे हुआ है और आगे यू नो व्हाट वी हैव टू डू, बिकॉज यू नो जब लोग इंडिजिनस लोगों के साथ डील करते हैं तो उनका एटीट्यूड थोड़ा डिफरेंट होता है। They're really looked down upon. I will tell you, I love the First Nations people. जब मैंने teaching career start किया था, I went to a reservation, which I said earlier, you drove me there to Elk Point. Yes. I worked with them. I've worked with First Nations people for 7 years. And I just love these people. And what happened to them is not right because of lack of language. They were tricked into signing treaties. They did not understand कि किस document में sign करवाया जा रहा है. So I think it's good step that we are moving forward, we are acknowledging, and we are trying to reconcile. Okay. And we need to teach the new immigrants. I think they learn in schools, their children. Thank you very much, Vandana. That's a kind of enlightening for all the viewers. Really nice. Thank you. Thank you. ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।